ਸਤਨਾਮ ਵਾਹਿਗੁਰੂ ਸਾਹਿਬ ਜੀ। ਆਬ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ। ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹੋ ਨਾਨਕ ਸਦਾ ਗਾਵਹੋ, ਇਹੋ ਸੱਚੀ ਬਾਣੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਡੰਡਾਉਤ ਵੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਕਾਵਨ ਰੂਪ ਤੇਰਾ ਆਰਾਧੋ, ਕਾਵਨ ਜੋਗ ਕਾਇਆ ਲੈ ਸਾਧੋ। ਕਾਵਨ ਰੂਪ ਤੇਰਾ ਆਰਾਧੋ, ਕਾਵਨ ਜੋਗ ਕਾਇਆ ਲੈ ਸਾਧੋ। ਕਾਵਨ ਗੁਣ ਜੋ ਤੁਝ ਲੈ ਗਾਵੋ, ਕਾਵਨ ਬੋਲ ਪਾਰ ਬ੍ਰਹਮ ਰਿਝਾਵੋ। ਰਹਾਉ ਕਾਵਨ ਸੋ ਪੂਜਾ ਤੇਰੀ ਕਰੋ, ਕਾਵਨ ਸੋ ਵਿਦ ਜਿਤ ਭਵ ਜਲ ਤਰੋ। ਕਾਵਨ ਤਾਪ ਜਿਤ ਤਪਿਆ ਹੋਏ, ਕਾਵਨ ਸੋ ਨਾਮ ਹਉਮੈ ਮਲ ਧੋ ਖੋਏ। ਗੁਣ ਪੂਜਾ ਗਿਆਨ ਧਿਆਨ, ਨਾਨਕ ਸਗਲ ਘਾਲ। ਜਿਸ ਕਰ ਕਿਰਪਾ ਸਤਿਗੁਰ ਮਿਲੈ ਦਇਆਲ। ਤਿਸ ਹੀ ਗੁਣ ਤਿਸ ਹੀ ਪ੍ਰਭ ਜਾਤਾ, ਜਿਸ ਕੀ ਮਾਨ ਲੈ ਸੁਖ ਦਾਤਾ। ਰਹਾਉ ਦੂਜਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਸਦਕਾ ਅੰਮ੍ਰਿਤ ਵੇਲਾ ਸੁਭਾਗ ਦਾ ਸਮਾਂ ਪ੍ਰਾਪਤ ਹੋਇਆ ਹੈ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 187 ਅੰਗ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਗੌੜੀ ਰਾਗ ਦੇ ਅੰਦਰ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਨ। ਮਹਾਰਾਜ ਜੀ ਕਹਿਣ ਲੱਗੇ, ਕਾਵਨ ਰੂਪ ਤੇਰਾ। ਹੇ ਮਹਾਰਾਜ, ਤੇਰਾ ਕਾਵਨ ਕਿਹੜਾ ਰੂਪ ਅਰਾਧਨਾ ਕਰੀਏ। ਕਾਵਨ ਰੂਪ ਤੇਰਾ ਆਰਾਧੂ,
कि हे महाराज तेरा कावन केड़ा रूप आराधना करिए। कावन जोग काया लै साधु, कावन केड़ा जोग करके देह नूं शरीर नूं साधना करिए। कावन गुण जो तुझ लै गावो, कावन केड़े गुणा नूं लै के प्राप्त करके तैनूं गौणा करिए। कावन बोल पार ब्रह्म रिझावो, हे पार ब्रह्म परमेश्वर ओह कावन केड़े बोल केड़े वचन ਹਨ जिन्हां करके तैनूं रिझाओ प्रसन्न करिए। कावन सो पूजा तेरी करो तेरी, कावन केड़ी श्रेष्ठ पूजा करना करिए महाराज। कावन सो विद जित भव जल तरो, ओह केड़ी श्रेष्ठ जुगती है श्रेष्ठ विधि है जिस द्वारा संसार समुंदर तो तर जाइए। कावन जाप जित तपिया होए, कि ओ केड़ा तप है जिस करके तपिया होईंदा है। कावन सो नाम हौमै मल खोए, ओह कावन केड़ा नाम है जिस करके हंगता दी मैल नाश हो जाएगी। सतगुरु गुरु अर्जन देव महाराज जी उपरोक्त प्रार्थना ਦਾ ਸਮੁੱਚਾ ਉੱਤਰ ਦਿੰਦੇ ਹਨ। ਇਹ ਪਰਮੇਸ਼ਰ ਅੱਗੇ ਜਿਗਿਆਸੂ ਦੇ ਪ੍ਰਸ਼ਨ ਹਨ, ਮਹਾਰਾਜ ਕਿਹੜਾ ਤੇਰਾ ਜਿਹੜਾ ਰੂਪ ਹੈ ਜਿਸ ਨੂੰ ਆਰਾਧਨਾ ਕਰੀਏ, ਕਿਹੜਾ ਯੋਗ ਕਰੀਏ ਜਿਸ ਨਾਲ ਦੇਹ ਨੂੰ ਸਾਧਨਾ ਕਰੀਏ। ਮਹਾਰਾਜ ਜੀ ਨੇ ਉੱਤਰ ਦਿੱਤਾ ਹੈ ਇਹਨਾਂ ਸਾਰੇ ਪ੍ਰਸ਼ਨਾਂ ਦਾ। ਕਹਿਣ ਲੱਗੇ ਗੁਣ ਪੂਜਾ ਗਿਆਨ ਧਿਆਨ, ਨਾਨਕ ਸਗਲ ਘਾਮ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਹੀ ਗੁਣ ਹਨ, ਉਹ ਹੀ ਪੂਜਾ ਹੈ, ਉਹ ਹੀ ਗਿਆਨ ਹੈ, ਉਹ ਹੀ ਧਿਆਨ ਹੈ, ਉਹ ਹੀ ਸਗਲ ਘਾਲ ਸਾਰੀਆਂ ਘਾਲ ਘਾਲਣਾ ਕਮਾਈਆਂ ਹਨ। ਜਿਸ ਕਰ ਕਿਰਪਾ ਸਤਿਗੁਰ ਮਿਲੈ ਦਿਆਲ, ਜਿਸ ਨੂੰ ਦਇਆ ਕਰਕੇ ਦਿਆਲੂ ਸਤਿਗੁਰੂ ਜੀ ਮਿਲ ਪੈਂਦੇ ਹਨ ਕਿ ਉਹੀ ਸਾਰੀ ਘਾਲ ਕਮਾਈ ਹੈ। ਤਿਸ ਹੀ ਗੁਣ ਤਿਸ ਹੀ ਪ੍ਰਭ ਜਾਤਾ, ਕਿ ਤਿਸ ਉਸੇ ਵਿੱਚ ਹੀ ਸਾਰੇ ਗੁਣ ਹਨ। ਜਿਸ ਨੇ ਹੀ ਪ੍ਰਭੂ ਨੂੰ ਪਰਮੇਸ਼ਰ ਨੂੰ ਜਾਣਿਆ ਹੈ, ਜਿਹੜਾ ਇੱਕ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾ ਕੇ ਰੱਖਦਾ ਹੈ ਤੇ ਉਸ ਨੂੰ ਜਾਣਦਾ ਹੈ ਕਿ ਉਸੇ ਦਾ ਹੀ ਦਿੱਤਾ ਹੋਇਆ ਹੈ, ਉਹੀ ਸਭ ਕੁਝ ਦੇ ਰਿਹਾ ਹੈ, ਉਸੇ ਦੀ ਸ੍ਰਿਸ਼ਟੀ ਸਾਜੀ ਹੈ, ਇੱਕ ਪਰਮੇਸ਼ਰ ਦਾ ਹੀ ਸਾਰਾ ਕੁਝ ਹੈ। ਜਿਸ ਕੀ ਮਾਨ ਲੈ ਸੁਖ ਦਾਤਾ, ਕਿ ਜਿਸ ਦੀ ਮਾਨ ਬੇਨਤੀ ਸੁਖ ਦਾਤਾ, ਸੁੱਖਾਂ ਦੇ ਦੇਣ ਵਾਲਾ ਦਾਤਾ ਕਿਰਪਾ ਕਰਕੇ ਮਾਨ ਮੰਨ ਲੈਂਦਾ ਹੈ। ਕਿ ਜਿਸ ਦੀ ਬੇਨਤੀ ਸੁੱਖਾਂ ਨੂੰ ਦੇਣ ਵਾਲਾ ਦਾਤਾ ਪਰਮੇਸ਼ਰ ਕਿਰਪਾ ਕਰਕੇ ਮੰਨ ਲੈਂਦਾ ਹੈ, ਉਸੇ ਵਿੱਚ ਹੀ ਸਾਰੇ ਗੁਣ ਹਨ ਤੇ ਉਸੇ ਨੇ ਹੀ ਪ੍ਰਭੂ ਨੂੰ ਜਾਣਿਆ ਹੈ। ਰਹਾਉ ਦੂਜਾ, ਇੱਥੇ ਪੰਗਤੀ ਵਿੱਚ ਦੋ ਰਹਾਉ ਆਉਂਦੇ ਹਨ, ਇੱਕ ਵਿਚਾ ਪਹਿਲੇ ਬੰਦ ਦੇ ਵਿੱਚ, ਇੱਕ ਪਿਛਲੇ ਵਿੱਚ। ਕਿ ਰਹਾਉ ਦੂਜਾ ਰਚ ਕੇ ਉਪਰੋਕਤ ਪ੍ਰਸ਼ਨਾਂ ਦਾ ਉਚਾਰਨ ਕਰਦੇ ਹਨ। ਇਸੇ ਦੇ ਅੰਤਰੀਵ ਅਰਥ ਹਨ ਕਿ ਕਾਵਨ ਰੂਪ ਤੇਰਾ ਆਰਾਧੂ, हे ਮਹਾਰਾਜ ਤੇਰਾ ਮੋਰ ਮੁਕਟ ਵਾਲਾ ਜਾਂ ਚਾਰ ਮੁੱਖਾਂ ਵਾਲਾ ਜਾਂ ਚਾਰ ਭੁਜਾ ਵਾਲਾ ਜਾਂ ਪੰਜ ਮੂੰਹਾਂ ਵਾਲਾ ਆਦਿਕ ਕਿਹੜਾ ਰੂਪ ਆਰਾਧਨਾ ਕਰਾਂ। ਸਤ ਚਿੱਤ ਆਨੰਦ ਸਰੂਪ ਨੂੰ ਆਰਾਧਨਾ ਕਰਾਂ। ਕਾਵਨ ਜੋਗ ਕਾਇਆ ਲੈ ਸਾਧੂ, ਕਿ ਉਹ ਕਿਹੜਾ ਜੋਗ ਹੈ ਜਿਸ ਨਾਲ ਦੇਹ ਨੂੰ ਸਾਧਨਾ ਕਰਾਂ। ਚਿੱਤ ਦੀ ਬਿਰਤੀ ਦਾ ਨਿਰੋਧ ਕਰਨਾ ਹੀ ਅਸਲ ਜੋਗ ਹੈ। ਇਸ ਦੁਆਰਾ ਸਰੀਰ ਨੂੰ ਸਾਧਨਾ ਕਰ। ਭਗਤੀ ਰੂਪੀ ਜੋਗ ਦੁਆਰਾ ਸਰੀਰ ਨੂੰ ਸਾਧਨਾ ਕਰ। ਭਗਤ ਜੋਗ ਕੋ ਜੈਤ ਬਾਰ ਹਰ ਜਨਕ ਉਪਾਇਓ, ਕਿ ਜੋ ਭਗਤੀ ਰੂਪੀ ਜੋਗ ਹੈ ਇਸ ਦੇ ਨਾਲ ਸਰੀਰ ਨੂੰ ਸਾਧਨਾ ਕਰ, ਭਗਤੀ ਕਰ, ਉਸ ਪਰਮੇਸ਼ਰ ਦਾ ਨਾਮ ਜਪ।
ਕਾਵਨ ਗੁਣ ਜੋ ਤੁਝ ਲੈ ਗਾਵੋ, ਕਿ ਉਹ ਕਿਹੜੇ ਗੁਣ ਹਨ ਜੋ ਗੁਣ ਲੈ ਕੇ ਤੇਰਾ ਜਸ ਗਾਉਣਾ ਕਰਾਂ। ਮਹਾਰਾਜ ਜੀ ਕਹਿਣ ਲੱਗੇ, ਸਤ ਸੰਤੋਖ ਦਇਆ ਧਰਮ ਆਦਿਕ ਗੁਣਾ ਲੈ ਕੇ ਸਭ ਗੁਣਾਂ ਵਿੱਚ ਬਿਰਤੀ ਨੂੰ ਲੀਨ ਕਰਕੇ ਗਾਉਣਾ ਕਰ। ਕਾਵਨ ਬੋਲ ਪਾਰ ਬ੍ਰਹਮ ਰਿਝਾਵੋ, ਉਹ ਕਾਵਨ ਕਿਹੜੇ ਬੋਲ ਬਚਨ ਹਨ ਜਿਨ੍ਹਾਂ ਨਾਲ ਹੈ ਪਰਮੇਸ਼ਰ ਤੈਨੂੰ ਪ੍ਰਸੰਨ ਕਰਾਂ। ਗੁਰੂ ਜੀ ਕਹਿਣ ਲੱਗੇ, ਉਹ ਗੁਰਾਂ ਦੇ ਮਹਾਵਾਕ ਸਤਿਨਾਮ ਰੂਪੀ ਮਿੱਠੇ ਬਚਨ ਹਨ ਜਿਨ੍ਹਾਂ ਨਾਲ ਮੈਂ ਪਰਮੇਸ਼ਰ ਨੂੰ ਪ੍ਰਸੰਨ, ਜਿਨ੍ਹਾਂ ਨਾਲ ਮੈਂ ਪਰਮੇਸ਼ਰ ਕਹਿਣ ਲੱਗਿਆ ਪ੍ਰਸੰਨ ਹੁੰਦਾ ਹਾਂ। ਕਿ ਉਹ ਗੁਰਾਂ ਦੇ ਮਹਾਵਾਕ ਜਿਵੇਂ ਸਤਿਨਾਮ ਬੋਲਣਾ ਅਤੇ ਮਿੱਠੇ ਬਚਨ ਬੋਲਣੇ, ਜਿਨ੍ਹਾਂ ਨਾਲ ਪਰਮੇਸ਼ਰ ਕਹਿਣ ਲੱਗਿਆ ਮੈਂ ਪ੍ਰਸੰਨ ਹੁੰਦਾ ਹਾਂ, ਖੁਸ਼ ਹੁੰਦਾ ਹਾਂ। ਕਾਵਨ ਸੋ ਪੂਜਾ ਤੇਰੀ ਕਰੋ, ਹੇ ਮਹਾਰਾਜ ਤੇਰੀ ਕਾਵਨ ਕਿਹੜੀ ਸ੍ਰੇਸ਼ਟ ਪੂਜਾ ਕਰਾਂ। ਮਹਾਰਾਜ ਜੀ ਕਹਿਣ ਲੱਗੇ, ਹਉਮੈ ਨੂੰ ਛੱਡ ਦੇ ਅਤੇ ਆਪਣੇ ਮਨ ਅਤੇ ਤਨ ਨੂੰ ਅਰਪਣ ਰੂਪ ਪੂਜਾ ਕਰ ਦੇ। ਤਨ ਮਨ ਧਨ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਕਿ ਆਪਣਾ ਤਨ ਮਨ ਪਰਮੇਸ਼ਰ ਦੇ ਅੱਗੇ ਸੌਂਪ ਦੇ, ਫਿਰ ਉਸ ਪਰਮੇਸ਼ਰ ਨੂੰ ਪਾਉਣਾ ਕਰੇਗਾ। ਕਾਵਨ ਸੋ ਵਿਦ ਜਿਤ ਭਵ ਜਲ ਤਰੋ। ਮਹਾਰਾਜ ਉਹ ਕਿਹੜੀ ਵਿਧੀ ਹੈ, ਕਿਹੜੀ ਸ੍ਰੇਸ਼ਟ ਵਿਧੀ ਹੈ ਜਿਸ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਸਰਦਾ ਵਾਲੀ ਵਿਧੀ ਹੀ ਸ੍ਰੇਸ਼ਟ ਹੈ। ਸਰਦਾ ਭਾਵਨਾ ਰੱਖਣੀ, ਭਾਵ ਜਦੋਂ ਗੁਰੂ ਦੇ ਬਚਨਾਂ ਉੱਪਰ ਸਰਦਾ ਵੱਜ ਗਈ, ਗੁਰੂ ਦੇ ਉਪਦੇਸ਼ ਦੇ ਉੱਤੇ ਬਾਣੀ ਦੇ ਉੱਤੇ ਸਰਦਾ ਵੱਜ ਗਈ, ਤਾਂ ਸੰਸਾਰ ਸਮੁੰਦਰ ਤੋਂ ਤਰ ਜਾਏਗਾ। ਬਾਣੀ ਹੈ ਜੋ ਇਹ ਸੰਸਾਰ ਸਮੁੰਦਰ ਤੋਂ ਤਾਰਨ ਵਾਲੀ ਹੈ। ਕਾਵਨ ਜਾਪ ਜਿਤ ਤਪਿਆ ਹੋਏ, ਕਿ ਉਹ ਕਾਵਨ ਕਿਹੜਾ ਤਪ ਹੈ ਜਿਸ ਕਰਕੇ ਮੈਂ ਤਪਿਆ ਹੋਵਾਂ। ਮਹਾਰਾਜ ਜੀ ਕਹਿਣ ਲੱਗੇ, ਚਿੱਤ ਨੂੰ ਇਕਾਗਰ ਕਰਨ ਰੂਪ ਤਪ ਕਰ। ਗੁਰ ਸੇਵਾ ਤਪਾਂ ਵਿੱਚੋਂ ਅਸਲ ਤਪ ਹੈ। ਗੁਰ ਸੇਵਾ, ਗੁਰੂ ਦੀ ਸੇਵਾ ਕਰਨੀ ਸਾਰੇ ਤਪਾਂ ਦੇ ਵਿੱਚੋਂ ਅਸਲ ਤਪ ਹੈ। ਗੁਰਾਂ ਦਾ ਗਿਆਨ ਧਾਰਨ ਕਰਨਾ ਸਾਰੇ ਤਪਾਂ ਦੇ ਵਿੱਚੋਂ ਵੱਡਾ ਤਪ ਹੈ। ਅਜਿਹਾ ਤਪ ਕਰਨ ਕਰਕੇ ਹੀ ਤਪਿਆ ਹੋਈਦਾ ਹੈ। ਕਿ ਕਾਵਨ ਸੋ ਨਾਮ ਹਉਮੈ ਮਲ ਖੋਏ। ਮਹਾਰਾਜ ਉਹ ਕਿਹੜਾ ਨਾਮ ਹੈ ਜੋ ਹਉਮੈ ਹੰਗਤਾ ਦੀ ਮਲੀਨਤਾ ਨੂੰ ਖਤਮ ਕਰ ਦਿੰਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਵਾਹਿਗੁਰੂ ਨਾਮ ਮੰਤਰ ਨੂੰ ਜਪ ਕਰਕੇ ਹੀ ਹਉਮੈ ਦੀ ਮੈਲ ਨਾਸ ਹੋ ਜਾਂਦੀ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਕਿ ਜੇ ਵਾਹਿਗੁਰੂ ਦਾ ਜਿਹੜਾ ਗੁਰ ਮੰਤਰ ਦਿੱਤਾ ਹੋਇਆ ਹੈ ਉਸ ਨੂੰ ਜਪੇਗਾ ਤਾਂ ਜਪਣ ਦੇ ਨਾਲ ਹਉਮੈ ਖੋਈ, ਜਿਹੜਾ ਤੇਰੇ ਅੰਦਰ ਹੰਕਾਰ ਹੈ ਉਹ ਹੰਕਾਰ ਚਲਿਆ ਜਾਏਗਾ। ਇੱਕ ਹੰਕਾਰ ਹੀ ਹੈ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਅੰਦਰ ਵਸਣ ਨਹੀਂ ਦਿੰਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਕਿ ਇਸ ਦੇ ਅੰਦਰ ਹੰਕਾਰ ਦਾ ਪਰਦਾ ਬਣਿਆ ਹੋਇਆ ਹੈ। ਪਰਮੇਸ਼ਰ ਵੀ ਵਸਦਾ ਹੈ, ਇਹ ਜੀਵ ਆਤਮਾ ਵੀ ਵਸਦੀ ਹੈ, ਦੋਨਾਂ ਦਾ ਮੇਲ ਨਹੀਂ ਹੁੰਦਾ। ਕਿ ਜੈਸੇ ਗੰਢੇ ਦੇ ਜੋ ਪੱਤ ਹੁੰਦੇ ਹਨ ਉਹਨਾਂ ਦੇ ਵਿੱਚ ਪਤਲਾ ਜਿਹਾ ਪਰਦਾ ਹੁੰਦਾ ਹੈ, ਇੱਕ ਦੂਜੇ ਦੇ ਨਾਲ ਨਹੀਂ ਜੁੜਨ ਦਿੰਦਾ। ਐਸੇ ਤਰ੍ਹਾਂ ਹੀ ਹੰਕਾਰ ਦੀ ਕੰਧ ਵੱਜੀ ਖੜੀ ਹੈ, ਵਿਚਾਲੇ ਪਰਦਾ ਬਣਿਆ ਪਿਆ ਹੈ, ਪਰ ਪਰਮੇਸ਼ਰ ਵੀ ਵਸ ਰਿਹਾ ਹੈ ਅਤੇ ਇਸ ਦੇ ਅੰਦਰ ਜੀਵ ਆਤਮਾ ਵੀ ਹੈ। ਜਦੋਂ ਇਹ ਪਰਦਾ ਟੁੱਟ ਜਾਂਦਾ ਹੈ, ਆਤਮਾ ਪ੍ਰਾਤਮਾ ਇੱਕੋ ਕਰੈ, ਫਿਰ ਦੋਨਾਂ ਦਾ ਮੇਲ ਹੋ ਜਾਂਦਾ ਹੈ, ਇੱਕ ਹੋ ਜਾਂਦੇ ਹਨ। ਇੱਕ ਹੋਣ ਦੇ ਨਾਲ ਫਿਰ ਜਨਮ ਮਰਨ ਦਾ ਗੇੜ ਕੱਟਿਆ ਜਾਂਦਾ ਹੈ। ਇਸ ਸੰਸਾਰ 'ਤੇ ਜਿਹੜਾ ਆਉਣਾ ਹੈ ਉਹ ਸਫਲਾ ਹੋ ਜਾਂਦਾ ਹੈ। 84 ਲੱਖ ਜੂਨਾਂ ਦੇ ਵਿੱਚ ਇਹ ਭੋਗਾਂ ਨੂੰ ਭੋਗਦਾ ਹੋਇਆ ਪਰਮੇਸ਼ਰ ਦੇ ਨਾਲੋਂ ਵਿਛੜਿਆ ਹੋਣ ਕਰਕੇ ਇੰਨੀਆਂ ਜੂਨਾਂ ਦੇ ਵਿੱਚ ਚੱਕਰ ਖਾ ਕੇ ਆਉਂਦਾ ਹੈ।
ਪਰ ਮਿਲਣ ਦੀ ਵਾਰੀ ਇਸ ਨੂੰ ਮਨੁੱਖਾ ਜਨਮ ਦੀ ਹੀ ਹੈ, ਇਸੇ ਦੇ ਵਿੱਚ ਹੀ ਮਿਲਿਆ ਜਾ ਸਕਦਾ ਹੈ। ਇੱਥੇ ਇਸ ਦੇ ਅੰਦਰ ਹਉਮੈ ਦੀ ਕੰਧ ਬਣ ਜਾਂਦੀ ਹੈ। ਪਰ ਜੇ ਹੰਕਾਰ ਦੀ ਕੰਧ ਟੁੱਟ ਜਾਵੇ ਫੇਰ ਪਰਮਾਤਮਾ ਦਾ ਤੇ ਆਤਮਾ ਦਾ ਮੇਲ ਹੋ ਜਾਂਦਾ ਹੈ। ਜਦੋਂ ਆਤਮਾ ਦਾ ਤੇ ਪਰਮਾਤਮਾ ਦਾ ਮੇਲ ਹੋ ਜਾਂਦਾ ਹੈ ਫੇਰ ਇਸ ਨੂੰ ਮੇਰ ਤੇ ਚੱਕੀ ਜਾਂਦੀ ਹੈ। ਮੇਰ ਤੇ ਚੱਕਣ ਦੇ ਨਾਲ ਕਿ ਸੋਨੇ ਨੂੰ ਮਿੱਟੀ ਬਰਾਬਰ ਸਮਝਣ ਲੱਗ ਜਾਂਦਾ ਹੈ। ਹਰਖ ਸੋਗ ਤੇ ਰਹਿ ਨਿਆਰਾ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਰਾਸਾ। ਫਿਰ ਇਸ ਦੇ ਵਿੱਚ ਇਹ ਗੁਣ ਆ ਜਾਂਦੇ ਹਨ। ਪਰ ਜਿੰਨਾ ਚਿਰ ਇਸ ਦੇ ਅੰਦਰ ਹਉਮੈ ਦਾ ਪੜਦਾ ਹੈ ਉਹਨਾਂ ਚਿਰ ਇਹ ਮੈਂ ਮੇਰੀ ਦੇ ਵਿੱਚ ਫਸਿਆ ਹੋਇਆ ਹੈ। ਮਹਾਰਾਜ ਜੀ ਸਮਝਾ ਰਹੇ ਹਨ, ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਮ। ਸਤਿਗੁਰੂ ਜੀ ਕਹਿੰਦੇ ਹਨ ਕਿ ਉਹਨਾਂ ਦਾ ਸਤ ਸੰਤੋਖ ਸੋਭ ਗੁਣ ਹਨ। ਉਹਨਾਂ ਵਿੱਚ ਸਤ ਸੰਤੋਖ ਸੋਭ ਗੁਣ ਹਨ। ਮਨ ਤਨ ਅਰਪਣ ਰੂਪੀ ਪੂਜਾ ਹੈ ਕਿ ਨਿਰਗੁਣ ਵਿਆਪਕ ਸਰੂਪ ਦਾ ਗਿਆਨ ਹੈ, ਸਰਗੁਣ ਸਰੂਪ ਦਾ ਧਿਆਨ ਹੈ। ਉਹਨਾਂ ਦੀਆਂ ਹੀ ਸਾਰੀਆਂ ਨਿਸ਼ਕਾਮ ਕਰਮਾਂ ਦੀ ਘਾਲ ਕਮਾਈਆਂ ਹਨ। ਜਿਹੜੇ ਵਾਹਿਗੁਰੂ ਗੁਰਮੰਤਰ ਨੂੰ ਜਪਦੇ ਹਨ, ਵਾਹਿਗੁਰੂ ਗੁਰਮੰਤਰ ਨੂੰ ਜਿਹੜੇ ਜਪਦੇ ਹਨ ਉਹਨਾਂ ਦੀਆਂ ਹੀ ਸਾਰੀਆਂ ਨਿਸ਼ਕਾਮ ਕਰਮਾਂ ਦੀਆਂ ਘਾਲ ਕਮਾਈਆਂ ਹਨ। ਉਹਨਾਂ ਨੂੰ ਫਿਰ ਕਿਸੇ ਚੀਜ਼ ਦੀ ਕਾਮਨਾ ਨਹੀਂ ਰਹਿੰਦੀ, ਨਿਸ਼ਕਾਮ ਹੋ ਜਾਂਦੇ ਹਨ, ਕੋਈ ਮੰਗ ਨਹੀਂ ਮੰਗਦੇ। ਉਹ ਤਾਂ ਫਿਰ ਨਾਮ ਦੀ ਦਾਤ ਮੰਗਦੇ ਹਨ ਕਿ ਮਹਾਰਾਜ ਨਾਮ ਦੀ ਦਾਤ ਹਿਰਦੇ ਵਿੱਚ ਵਸ ਜਾਏ ਤਾਂ ਲੋਕ ਸੁਖੀਏ ਪਰਲੋਕ ਸਹੇਲੇ ਹੋ ਜਾਈਏ। ਉਹ ਕੀ ਮੰਗਦੇ ਹਨ? ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ। ਉਹ ਇਹ ਸਮਝਦੇ ਹਨ ਕਿ ਹੇ ਪਰਮੇਸ਼ਰ ਤੈਥੋਂ ਬਿਨਾ ਤੁਧ ਬਿਨ ਤੈਥੋਂ ਬਿਨਾ ਹੋਰ ਤੁਧ ਜੇ ਮੰਗਣਾ ਹੋਰ ਕੁਝ ਵੀ ਮੰਗਣਾ ਹੈ ਉਹਦੇ ਨਾਲ ਕੀ ਹੁੰਦਾ ਹੈ? ਸਿਰ ਦੁੱਖਾਂ ਕੈ ਦੁੱਖ, ਕਿ ਦੁੱਖ ਹੀ ਦੁੱਖ ਖੜੇ ਹੋ ਜਾਂਦੇ ਹਨ। ਦੇਹ ਨਾਮ ਸੰਤੋਖੀ ਹੈ, ਮਹਾਰਾਜ ਨਾਮ ਦੀ ਦਾਤ ਦੇ ਦੇ। ਦੇਹ ਨਾਮ ਸੰਤੋਖੀ ਹੈ ਕਿ ਨਾਮ ਦੀ ਦਾਤ ਦੇ ਕੇ ਸੰਤੋਖ ਬਖਸ਼ ਦੇ। ਉਤਰੈ ਮਨ ਕੀ ਭੁੱਖ, ਜਿਹੜੀ ਮਨ ਦੀ ਭੁੱਖ ਹੈ ਇਹ ਲੈ ਜਾਵੇ। ਮਨ ਦੀ ਭੁੱਖ ਇਸ ਜੀਵ ਨੂੰ ਟਿਕਣ ਨਹੀਂ ਦਿੰਦੀ। ਇਹ ਮਨ ਦੀ ਭੁੱਖ ਹੁੰਦੀ ਹੈ ਜਦੋਂ, ਫਿਰ ਮਨ ਇਸ ਨੂੰ ਮਗਰ ਲਾ ਲੈਂਦਾ ਹੈ, ਫਿਰ ਦਸੇ ਦਸਾਵਾਂ ਦੇ ਵਿੱਚ ਤੋਰੀ ਫਿਰਦਾ ਹੈ, ਟਿਕਣ ਨਹੀਂ ਦਿੰਦਾ। ਤੇ ਜਦੋਂ ਮਨ ਰੱਜ ਜਾਂਦਾ ਹੈ ਫਿਰ ਹੀ ਇਸ ਦੀ ਤ੍ਰਿਸ਼ਨਾ ਉਤਰਦੀ ਹੈ। ਰੱਜਦਾ ਕਾਹਦੇ ਨਾਲ ਹੈ? ਕਿ ਪਰਮੇਸ਼ਰ ਦੇ ਨਾਮ ਨਾਲ। ਨਾਮ ਇਸ ਦੇ ਅੰਦਰ ਟਿਕ ਜਾਏ ਤਾਂ ਇਸ ਨੂੰ ਤ੍ਰਿਪਤੀ ਹੋ ਜਾਂਦੀ ਹੈ। ਜਿਸ ਕਰ ਕਿਰਪਾ ਸਤਿਗੁਰ ਮਿਲੈ ਦਿਆਲ। ਮਹਾਰਾਜ ਜੀ ਕਹਿਣ ਲੱਗੇ, ਜਿਨ੍ਹਾਂ ਨੂੰ ਦਇਆ ਕਰਕੇ ਦਿਆਲੂ ਸਤਿਗੁਰੂ ਜੀ ਮਿਲ ਪੈਂਦੇ ਹਨ, ਜਿਨ੍ਹਾਂ ਨੂੰ ਸਤਿਗੁਰੂ ਦੀ ਕਿਰਪਾ ਕਰਕੇ ਦਿਆਲੂ ਪਰਮੇਸ਼ਰ ਮਿਲ ਪੈਂਦਾ ਹੈ, ਉਹਨਾਂ ਦੀਆਂ ਹੀ ਸਾਰੀਆਂ ਨਿਸ਼ਕਾਮ ਕਰਮਾਂ ਦੀਆਂ ਘਾਲ ਕਮਾਈਆਂ ਪੂਰੀਆਂ ਹੁੰਦੀਆਂ ਹਨ। ਤਿਸ ਹੀ ਗੁਣ ਤਿਸ ਹੀ ਪ੍ਰਭ ਜਾਤਾ, ਕਿ ਉਹਨਾਂ ਨੇ ਹੀ ਗਿਆਨ ਆਦਿਕ, ਉਹਨਾਂ ਦੇ ਹੀ ਗਿਆਨ ਆਦਿਕ ਸੁਭਾਅ ਹਨ, ਸਤ ਸੰਤੋਖ ਆਦਿਕ ਗੁਣ ਹਨ, ਅਤੇ ਉਹਨਾਂ ਨੇ ਹੀ ਅਕਾਲ ਪੁਰਖ ਨੂੰ ਜਾਣਿਆ ਹੈ, ਜਿਨ੍ਹਾਂ ਨੇ ਨਿਸ਼ਕਾਮ ਕਰਮਾਂ ਦੀ ਘਾਲ ਕਮਾਈ ਕੀਤੀ ਹੈ, ਬਿਨਾਂ ਇੱਛਾ ਤੋਂ ਪਰਮੇਸ਼ਰ ਨੂੰ ਜਾਣਿਆ ਹੈ, ਜਾਪਿਆ ਹੈ, ਨਾਮ ਜਪਿਆ ਹੈ। ਉਹੀ ਅਕਾਲ ਪੁਰਖ ਨੂੰ ਜਾਣਦੇ ਹਨ। ਜਿਸ ਕੀ ਮਾਨ ਲੈ ਸੁਖ ਦਾਤਾ, ਜਿਨ੍ਹਾਂ ਦੀ ਬੇਨਤੀ ਨੂੰ ਸੁਖ ਦਾਤਾ, ਸੁਖ ਦੇਣ ਵਾਲਾ ਪਰਮੇਸ਼ਰ ਮੰਨ ਲੈਂਦਾ ਹੈ। ਜਿਨ ਕੀ ਮਾਨ ਲੈ ਸੁਖ ਦਾਤਾ, ਜਿਨ੍ਹਾਂ ਦੀ ਬੇਨਤੀ ਨੂੰ ਸੁੱਖਾਂ ਦਾ ਦਾਤਾ
ਪਰਮੇਸ਼ਰ ਮੰਨ ਲੈਂਦਾ ਹੈ ਕਿ ਭਗਤੀ ਨੂੰ ਮੰਨ ਲੈਂਦਾ ਹੈ, ਉਹਨਾਂ ਦੀ ਹੀ ਘਾਲ ਕਮਾਈ ਪੂਰੀ ਹੁੰਦੀ ਹੈ। ਮਹਾਰਾਜ ਜੀ ਅੱਗੇ ਅਗਲੇ ਸ਼ਬਦ ਦੇ ਵਿੱਚ ਸਮਝਾ ਰਹੇ ਹਨ। ਗੌੜੀ ਮਹੱਲਾ ਪੰਜਵਾ, ਆਪਨ ਤਨ ਨਹੀਂ ਜਾਂ ਕੋ ਗਰਵਾ, ਰਾਜ ਮਿਲਕ ਨਹੀਂ ਆਪਨ ਦਰਬਾ, ਆਪਨ ਨਹੀਂ ਕਾਕੋ ਲਪਟਾਇਓ, ਆਪਨ ਨਾਮ ਸਤਿਗੁਰ ਤੇ ਪਾਇਓ ਰਹਾਉ, ਸੁਤਵੰਤਾ ਆਪਨ ਨਹੀਂ ਭਾਈ, ਇਸ਼ਟਮੀਤ ਆਪ ਬਾਪ ਨਾ ਮਾਈ, ਸੋਇਨਾ ਰੂਪਾ ਫੁਨ ਨਹੀਂ ਦਾਮ, ਹੈਵਰ ਗੈਬਰ ਆਪਨ ਨਹੀਂ ਕਾਮ, ਕਹੋ ਨਾਨਕ ਜੋ ਗੁਰ ਬਖਸ਼ ਮਿਲਾਇਆ, ਤਿਸਕਾ ਸਭ ਕਿਸ ਜਿਸਕਾ ਹਰ ਰਾਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ ਕਿ ਸਿੱਖਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਆਪਣੀ ਕਿਹੜੀ ਚੀਜ਼ ਕਿਉਂਕਿ ਕੋਈ ਧਨ ਨੂੰ, ਕੋਈ ਰਾਜ ਪਦਾਰਥਾਂ ਨੂੰ, ਕੋਈ ਮਾਤਾ ਪਿਤਾ ਨੂੰ, ਕੋਈ ਧਨ ਆਦਿਕ ਨੂੰ ਆਪਣੀ ਮੰਨੀ ਬੈਠਾ ਹੈ ਕਿ ਆਪਣੀ ਕਿਹੜੀ ਚੀਜ਼ ਹੈ ਸਭ ਤੋਂ ਉੱਤਮ। ਤਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਮੰਨੀ ਕੋਈ ਕੁਝ ਜਾਏ, ਆਪਨ ਤਨ ਨਹੀਂ। ਹੇ ਜੀਵੇ, ਇਹ ਤਨ, ਇਹ ਸਰੀਰ ਤੇਰਾ ਆਪਣਾ ਨਹੀਂ। ਇਹ ਜੀਵ ਮੰਨੀ ਬੈਠਾ ਹੈ ਕਿ ਇਹ ਸਰੀਰ ਮੇਰਾ ਹੈ, ਇਹ ਤਨ ਮੇਰਾ ਹੈ। ਪਰ ਮਹਾਰਾਜ ਜੀ ਕਹਿਣ ਲੱਗੇ ਆਪਨ ਤਨ ਨਹੀਂ ਜਾਂ ਕੋ ਗਰਬਾ, ਜਿਸ ਦਾ ਤੂੰ ਗਰਬਾ ਹੰਕਾਰ ਕਰਦਾ ਹੈ, ਇਹ ਸਰੀਰ ਤੇਰਾ ਆਪਣਾ ਨਹੀਂ। ਭਾਵ ਇਹ ਸਰੀਰ ਤਾਂ ਰਾਕਤ ਬਿੰਦ ਦਾ ਮਾਤਾ ਪਿਤਾ ਦੇ ਸੰਬੰਧ ਕਰਕੇ ਬਣਿਆ ਹੈ, ਇਸ ਵਿੱਚ ਆਪਣਾ ਤਾਂ ਕੁਝ ਹੀ ਨਹੀਂ ਹੈ। ਤੂੰ ਐਵੇਂ ਹੀ ਹੱਡ ਚੰਮ ਦੀ ਹਉਮੈ ਕਰਦਾ ਹੈ, ਹੰਕਾਰ ਕਰਦਾ ਹੈ। ਇਹ ਸਰੀਰ ਕੀ ਹੈ? ਜਲ ਕੀ ਭੀਤ, ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਵਸੈ ਵਿਚਾਰਾ। ਕਿ ਇਹ ਸਰੀਰ ਹੈ ਜਿਹੜਾ, ਇਸ ਦਾ ਹੰਕਾਰ ਬੜਾ ਕਰੀ ਬੈਠਾ ਹੈ। ਐਵੇਂ ਹੀ ਛਾਤੀ ਤੇ ਹੱਥ ਮਾਰੇ ਕਿ ਲੋਕਾਂ ਤੇ ਪ੍ਰਭਾਵ ਪਾਉਂਦਾ ਫਿਰਦਾ ਹੈ, ਮੈਂ ਮੇਰੀ ਕਰਦਾ ਹੈ। ਮਹਾਰਾਜ ਜੀ ਕਹਿਣ ਲੱਗੇ ਆਪਨ ਧਨ ਨਹੀਂ ਜਾਂ ਕੋ ਗਰਬਾ, ਹੈ ਜੀਵ ਇਹ ਸਰੀਰ ਤੇਰਾ ਆਪਣਾ ਨਹੀਂ, ਜਿਸ ਦਾ ਤੂੰ ਗਰਬਾ ਹੁੰਦਾ, ਹੰਕਾਰ ਕਰਦਾ ਹੈ। ਭਾਵ ਇਹ ਸਰੀਰ ਤਾਂ ਰਾਕਤ ਬਿੰਦ ਕਿ ਕਚੈਲੀ ਜਿਹੀ ਬਿੰਦ ਤੋਂ ਖੂਨ ਦੇ ਮੇਲ ਦੇ ਨਾਲ ਇਹ ਮਾਤਾ ਪਿਤਾ ਦੇ ਸੰਬੰਧ ਕਰਕੇ ਬਣਿਆ ਹੋਇਆ ਹੈ। ਇਸ ਵਿੱਚ ਆਪਣਾ ਤਾਂ ਕੁਝ ਨਹੀਂ। ਤੂੰ ਐਵੇਂ ਹੀ ਹੱਡ ਚੰਮ ਦੀ ਹਉਮੈ ਕਰਦਾ ਹੈ। ਜੈਸਾ ਕਿ ਜਲ ਕੀ ਭੀਤ, ਇਹ ਸਰੀਰ ਹੈ ਜਿਹੜਾ ਜਲ ਭਾਵ ਪਾਣੀ ਦੀ ਕੰਧ ਦੀ ਤਰ੍ਹਾਂ ਹੈ। ਜਲ ਕੀ ਭੀਤ, ਪਾਵਨ ਕਾ ਥੰਬਾ, ਹਵਾ ਦਾ ਥੰਮਾ ਲੱਗਿਆ ਹੋਇਆ ਇਸ ਨੂੰ। ਜਿਹੜੀ ਹਵਾ ਇਸ ਦੇ ਵਿੱਚ ਸਵਾਸ ਚੱਲ ਰਹੇ ਹਨ, ਇਸ ਦੀ ਥੰਮੀ ਲੱਗੀ ਹੋਈ ਹੈ। ਇਹ ਤਾਂ ਇੱਕ ਪਾਣੀ ਦੀ ਕੰਧ ਹੈ। ਰਕਤ ਬੁੰਦ ਕਾ ਗਾਰਾ, ਕਿ ਰਕਤ ਖੂਨ ਦੀ ਬੁੰਦ ਦਾ ਇਸ ਨੂੰ ਗਾਰਾ ਲੱਗਿਆ ਹੋਇਆ ਹੈ। ਹਾਡ ਮਾਸ ਨਾੜੀ ਕੋ ਪਿੰਜਰ, ਕਿ ਹੱਡ ਤੇ ਮਾਸ ਨਾੜੀਆਂ ਦਾ ਇਹ ਪਿੰਜਰ ਹੈ ਜਿਹੜਾ ਤੇਰਾ ਸਰੀਰ ਹੈ। ਪੰਖੀ ਵਸੈ ਵਿਚਾਰਾ, ਇਸ ਦੇ ਵਿੱਚ ਜੀਵ ਆਤਮਾ ਪੰਛੀ ਹੈ ਜਿਹੜਾ ਇਹ ਵਸ ਰਿਹਾ ਹੈ। ਬਸ ਇਤਨੀ ਕੁ ਗੱਲ ਹੈ, ਇਸ ਤੇ ਤੂੰ ਬੜਾ ਮਾਨ ਕਰੀ ਬੈਠਾ ਹੈ। ਮਹਾਰਾਜ ਜੀ ਅੱਗੇ ਕਹਿਣ ਲੱਗੇ ਰਾਜ ਮਿਲਕ ਨਹੀਂ ਆਪਨ ਦਰਬਾ, ਇਹ ਸਰੀਰ ਕਰਕੇ ਬਣਾਏ ਹੋਏ ਰਾਜ ਭਾਗ ਮਿਲਕ ਜੰਗੀਰਾਂ ਤੇ ਦਰਬਾ ਧਨ ਵੀ ਆਪਣਾ ਨਹੀਂ ਹੈ। ਰਾਜ ਮਿਲਖ
ਨਹੀਂ ਆਪਨ ਦਰਬਾ। ਮਹਾਰਾਜ ਜੀ ਕਹਿਣ ਲੱਗੇ ਇਸ ਸਰੀਰ ਕਰਕੇ ਬਣਾਏ ਹੋਏ ਰਾਜ ਭਾਗ, ਮਿਲਖ ਜੰਗੀਰਾਂ, ਜੋ ਘਰ ਦੇ ਵਿੱਚ ਪਦਾਰਥ ਇਕੱਠੇ ਕੀਤੇ ਹਨ, ਮਾਇਆ ਵਗੈਰਾ ਇਕੱਠੀ ਕੀਤੀ ਹੈ, ਤੇ ਦਰਬਾ ਧਨ, ਇਹ ਧਨ ਵੀ ਆਪਣਾ ਨਹੀਂ ਹੈ। ਆਪਨ ਨਹੀਂ ਕਾਕੋ ਲਪਟਾਇਓ। ਮਹਾਰਾਜ ਜੀ ਕਹਿਣ ਲੱਗੇ ਜਦੋਂ ਇਹ ਚੀਜ਼ਾਂ ਆਪਣੀਆਂ ਹੀ ਨਹੀਂ ਤਾਂ ਫਿਰ ਕਿਸ ਵਾਸਤੇ ਆਪਣੇ ਚਿੱਤ ਨੂੰ ਇਹਨਾਂ ਵਿੱਚ ਲਪਟਾਇਓ, ਉਲਝਾਇਆ ਹੋਇਆ ਹੈ, ਫਸਾਇਆ ਹੋਇਆ ਹੈ। ਆਪਨ ਨਹੀਂ ਕਾਕੋ ਲਪਟਾਇਓ। ਮਹਾਰਾਜ ਜੀ ਕਹਿਣ ਲੱਗੇ ਕਿ ਜਦੋਂ ਇਹ ਸਰੀਰ ਦੇ ਬਣਾਏ ਹੋਏ ਰਾਜ ਭਾਗ, ਜਗੀਰਾਂ, ਧਨ ਆਦਿਕ ਆਪਣਾ ਨਹੀਂ, ਤਦ ਇਹ ਚੀਜ਼ਾਂ ਆਪਣੀਆਂ ਹੀ ਨਹੀਂ ਤਾਂ ਫਿਰ ਕਿਸ ਵਾਸਤੇ ਆਪਣੇ ਚਿੱਤ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਲਪਟਾਇਓ ਹੁੰਦਾ, ਉਲਝਾਇਆ ਹੋਇਆ ਹੈ, ਫਸਾਇਆ ਹੋਇਆ ਹੈ। ਆਪਨ ਨਾਮ ਸਤਿਗੁਰ ਤੇ ਪਾਇਓ ਰਹਾਉ। ਮਹਾਰਾਜ ਜੀ ਕਹਿਣ ਲੱਗੇ ਹੇ ਜੀਵ, ਆਪਣਾ ਤਾਂ ਕੇਵਲ ਪਰਮੇਸ਼ਰ ਦਾ ਨਾਮ ਹੀ ਹੈ, ਜੋ ਪਰਮੇਸ਼ਰ ਜੀ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਉਹ ਹੀ ਆਪਣਾ ਹੈ, ਜਿਸ ਨੇ ਆਪਣੇ ਨਾਲ ਜਾਣਾ ਹੈ, ਆਪਣੀ ਸਹਾਇਤਾ ਕਰਨੀ ਹੈ। ਜਿਹੜੀਆਂ ਚੀਜ਼ਾਂ ਇੱਥੇ ਹਨ ਇਹ ਇੱਥੇ ਹੀ ਪਿਛਲਿਆਂ ਦੇ ਕੰਮ ਆਉਣ ਵਾਲੀਆਂ ਹਨ, ਆਪਣੇ ਕੰਮ ਆਉਣ ਵਾਲੀਆਂ ਨਹੀਂ। ਆਪਣੇ ਕੰਮ ਤਾਂ ਸਿਰਫ ਪਰਮੇਸ਼ਰ ਦਾ ਨਾਮ ਮਿਲਣਾ ਹੈ। ਨਾਮ ਪੂਰੇ ਗੁਰੂ ਤੋਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਮਿਲਦਾ ਹੈ, ਉੱਥੋਂ ਪ੍ਰਾਪਤ ਕਰ ਸਕਦਾ ਹੈ। ਜੈਸੇ ਸਤਸੰਗ ਹੁੰਦੀ ਹੈ, ਸਤ ਸੰਗਤ ਦੇ ਵਿੱਚੋਂ ਬਾਣੀ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ। ਮਹਾਰਾਜ ਜੀ ਸਮਝਾ ਰਹੇ ਹਨ ਰਹਾਓ ਵਿਸ਼ਰਾਮ ਦੇ ਕੇ ਅਗਲੇ ਬੰਦ ਦੇ ਅੰਦਰ ਕਿ ਇਹ ਜੀਵ ਕੈਸੇ ਕੈਸੇ ਫਸਿਆ ਹੋਇਆ ਹੈ। ਸੁਤ ਬਨਤਾ ਆਪਨ ਨਹੀਂ ਭਾਈ। ਮਹਾਰਾਜ ਜੀ ਕਹਿਣ ਲੱਗੇ ਸੁਤ ਬਨਤਾ ਆਪਨ ਨਹੀਂ ਭਾਈ। ਸੁਤ ਪੁੱਤਰ, ਬਨਤਾ ਇਸਤਰੀ, ਸੁਤ ਬਨਤਾ ਪੁੱਤਰ ਦੀ ਇਸਤਰੀ ਅਤੇ ਭਰਾ ਵੀ ਆਪਣੇ ਨਹੀਂ ਹਨ। ਸੁਤ ਬਨਤਾ ਆਪਨ ਨਹੀਂ ਭਾਈ। ਇਹ ਭਾਈ ਸੁਤ ਪੁੱਤਰ ਬਨਤਾ ਇਸਤਰੀ, ਜਾਂ ਕਹਿ ਲਓ ਸੁਤ ਬਨਤਾ ਪੁੱਤਰ ਦੀ ਇਸਤਰੀ, ਨੂੰ ਜਾਂ ਪੋਤਰੇ ਹਨ ਇਹ ਆਪਣੇ, ਜਾਂ ਭਰਾ ਹਨ ਆਪਣੇ ਨਹੀਂ ਹਨ। ਇਸ਼ਟ ਮੀਤ ਆਪ ਬਾਪ ਨਾ ਮਾਈ। ਮਹਾਰਾਜ ਜੀ ਕਹਿਣ ਲੱਗੇ ਇਸ਼ਟ ਪਿਆਰੇ, ਮੀਤ ਮਿੱਤਰ, ਇਸ਼ਟ ਦੇਵਤੇ ਆਦਿਕ ਜੋ ਆਪਣੇ ਮੰਨੇ ਹਨ, ਅਤੇ ਆਪ ਬਾਪ ਨਾ ਮਾਈ, ਅਤੇ ਬਾਪ ਪਿਤਾ ਮਾਈ ਮਾਤਾ ਵੀ ਆਪਣੇ ਨਹੀਂ ਹਨ। ਬਾਪੂ ਦੀ ਨਿਆਈ ਮਨ ਅਤੇ ਮਾਤਾ ਦੀ ਨਿਆਈ ਬੁੱਧੀ ਵੀ ਆਪਣੀ ਨਹੀਂ, ਇਹ ਪਰਮੇਸ਼ਰ ਦੀ ਬਖਸ਼ੀ ਹੋਈ ਹੈ। ਸੋਇਨਾ ਰੂਪਾ ਫੁਨ ਨਹੀਂ ਦਾਮ। ਸੋਨਾ ਰੂਪਾ ਚਾਂਦੀ, ਕਿ ਸੋਨਾ ਰੂਪਾ ਕਹੇ ਚਾਂਦੀ ਨੂੰ, ਸੋਨਾ ਚਾਂਦੀ, ਕਿ ਜਿਹੜੇ ਦਾਮ ਹੁੰਦਾ ਦਮੜੇ, ਧਨ ਮਾਇਆ ਆਦਿਕ ਵੀ ਆਪਣੇ ਨਹੀਂ ਹਨ। ਸੋਇਨਾ ਰੂਪਾ ਫੁਨ ਨਹੀਂ ਦਾਮ, ਕਿ ਸੋਨਾ ਚਾਂਦੀ, ਦਾਮ ਦਮੜੇ, ਧਨ ਆਦਿਕ ਵੀ ਆਪਣੇ ਨਹੀਂ ਹਨ। ਹੈਬਰ ਗੈਬਰ ਆਪਨ ਨਹੀਂ ਕਾਮ। ਮਹਾਰਾਜ ਜੀ ਕਹਿਣ ਲੱਗੇ ਹੈਬਰ ਸ੍ਰੇਸ਼ਟ, ਘੋੜੇ ਭਾਵ ਦਰਿਆਈ ਘੋੜੇ, ਸ੍ਰੇਸ਼ਟ ਹਾਥੀ ਭਾਵ ਚਿੱਟੇ ਹਾਥੀ ਆਦਿਕ ਵੀ ਆਪਣੇ। ਪਰਲੋਕ ਵਿੱਚ ਆਪਣ ਨਹੀਂ ਕਾਮ, ਪਰਲੋਕ ਵਿੱਚ ਕੰਮ ਆਉਣ ਵਾਲੇ ਨਹੀਂ ਹਨ। ਹੈਬਰ ਗੈਬਰ ਆਪਨ ਨਹੀਂ ਕਾਮ, ਕਿ ਜਿਹੜੇ ਘੋੜੇ ਨ ਸ੍ਰੇਸ਼ਟ ਘੋੜੇ, ਚੰਗੇ ਘੋੜੇ, ਜਾਂ ਦਰਿਆਈ ਘੋੜੇ, ਜਾਂ ਹਾਥੀ, ਚਿੱਟੇ ਹਾਥੀ ਆਦਿਕ, ਇਹ ਵੀ ਆਪਣੇ ਪਰਲੋਕ ਵਿੱਚ ਕੰਮ ਆਉਣ ਵਾਲੇ ਨਹੀਂ ਹਨ। ਜੈਸਾ ਕਿ ਜਬ ਤੇ ਹੋਈ ਲਾਮੀ ਧਾਈ, ਚੱਲੇ ਨਾਹੀਂ ਇੱਕ ਪੈਰੇ, ਕਿ ਜਦੋਂ ਇਸ ਨੂੰ ਇੱਥੋਂ ਕੂਚ ਕਰਕੇ ਲੈ ਜਾਂਦੇ ਹਨ, ਫਿਰ
ਇੱਕ ਪੈਰ ਵੀ ਇੱਥੇ ਰੱਖਣ ਵਾਸਤੇ ਨਹੀਂ ਮਿਲਦਾ। ਜਬ ਤੇ ਹੋਈ ਲਾਮੀ, ਜਦੋਂ ਇਹ ਬਗਾਨਾ ਹੋ ਗਿਆ, ਉਹਨਾਂ ਦੇ ਵੱਸ ਪੈ ਗਿਆ। ਧਾਈ ਚੱਲਹੇ, ਕਿ ਦੌੜ ਕੇ ਜਾਣਾ ਪੈਂਦਾ ਹੈ, ਉਸੇ ਸਮੇਂ ਜਾਣਾ ਪੈਂਦਾ ਹੈ। ਨਾ ਹੀ ਇੱਕ ਪੈਰੇ, ਫਿਰ ਇੱਕ ਪੈਰ ਦੇ ਵਿੱਚ ਕੁਝ ਪਾ ਵੀ ਨਹੀਂ ਸਕਦਾ, ਖਾਲੀ ਪੈਰ ਹੀ, ਨੰਗੇ ਪੈਰ ਹੀ ਜਾਣਾ ਪੈਂਦਾ ਹੈ। ਕਹੋ ਨਾਨਕ ਜੋ ਗੁਰ ਬਖਸ਼ ਮਿਲਾਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਜਿਸ ਨੂੰ ਗੁਰੂ ਜੀ ਨੇ ਨਾਮ ਦੀ ਦਾਤ ਬਖਸ਼ ਕੇ ਪਰਮੇਸ਼ਰ ਨਾਲ ਮਿਲਾਉਣਾ ਕੀਤਾ ਹੈ, ਤਿਸ ਕਾ ਸਭ ਕਿਸ ਜਿਸ ਕਾ ਹਰ ਰਾਇਆ, ਕਿ ਉਸ ਦਾ ਸਾਰਾ ਕੁਝ, ਭਾਵ ਇਸਤਰੀ ਪੁੱਤਰ ਧਨ ਦੌਲਤ ਮਹਿਲ ਆਦਿਕ ਸਭ ਕੁਝ ਵੀ ਸਫਲਾ ਹੈ। ਜਿਸ ਦਾ ਰਾਇਆ, ਜਿਸ ਦਾ ਰਾਜਾ ਰੂਪ ਹਰੀ ਪਰਮੇਸ਼ਰ ਬਣ ਗਿਆ ਹੈ, ਉਸ ਦਾ ਇਹ ਸਾਰਾ ਕੁਝ ਜੋ ਹੈ, ਇਸਤਰੀ ਪੁੱਤਰ ਧਨ ਦੌਲਤ ਮਹਿਲ ਮਕਾਨ, ਇਹ ਸਫਲੇ ਹਨ। ਕਹੋ ਨਾਨਕ ਜੋ ਗੁਰ ਬਖਸ਼ ਮਿਲਾਇਆ, ਤਿਸ ਕਾ ਸਭ ਕੁਛ ਜਿਸ ਕਾ ਹਰ ਰਾਇਆ, ਕਿ ਸਤਿਗੁਰੂ ਜੀ ਕਥਨ ਕਰਦੇ ਹਨ, ਜਿਸ ਨੂੰ ਗੁਰੂ ਸਾਹਿਬ ਜੀ ਨੇ ਨਾਮ ਦੀ ਦਾਤ ਬਖਸ਼ ਕੇ ਪਰਮੇਸ਼ਰ ਨਾਲ ਮਿਲਾਉਣਾ ਕੀਤਾ ਹੈ, ਉਸ ਨੂੰ ਸਾਰਾ ਕੁਝ, ਭਾਵ ਇਸਤਰੀ ਪੁੱਤਰ ਧਨ ਦੌਲਤ ਮਹਿਲ ਆਦਿਕ ਸਭ ਕੁਝ ਸਫਲਾ ਹੈ। ਜਿਸ ਦਾ ਰਾਇਆ ਰਾਜਾ ਰੂਪ ਹਰੀ ਪਰਮੇਸ਼ਰ ਬਣ ਗਿਆ ਹੈ, ਕਿ ਜਿਸ ਦਾ ਸਾਰਾ ਕੁਝ ਪਰਮੇਸ਼ਰ ਹੀ ਬਣ ਗਿਆ, ਉਸ ਦਾ ਸਾਰਾ ਇੱਥੇ ਜੋ ਸੰਬੰਧੀ ਹਨ ਜਾਂ ਕੋਈ ਵਸਤੂਆਂ ਹਨ, ਉਹ ਸਫਲੀਆਂ ਹਨ। ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ, ਕਿ ਜਿਸ ਦਾ ਪਰਮੇਸ਼ਰ ਹਰੀ ਬਣ ਜਾਂਦਾ ਹੈ, ਕਿ ਤਿਸ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ, ਕਿ ਉਸ ਦਾ ਖਾਦਾ ਹੋਇਆ ਇੱਥੇ ਜੈਸਾ ਨਾਮ ਜਪਦਿਆਂ ਖਾਣਾ ਖਾਂਦਾ ਹੈ, ਤੇ ਪਰਮੇਸ਼ਰ ਦੀ ਰਜ਼ਾ ਵਿੱਚ ਰਹਿ ਕੇ ਮਾਇਆ ਦੇ ਜੋ ਵਰਤੋਂ ਕਰਦਾ ਹੈ, ਉਹ ਪਵਿੱਤਰ ਹੈ। ਜੋ ਨਾਮ ਹਰ ਰਾਤੇ, ਜਿਹੜੇ ਹਰੀ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਹੋਏ ਹਨ, ਉਹਨਾਂ ਦਾ ਖਾਧਾ ਹੋਇਆ ਤੇ ਪੈਦਾ ਪਹਿਨਿਆ ਹੋਇਆ ਮਾਇਆ ਹੁੰਦੀ ਹੈ, ਉਸ ਦੀ ਵਰਤੋਂ ਕਰਨੀ ਜਿਹੜੀ ਉਹ ਉਸ ਦੀ ਸਫਲੀ ਹੈ। ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤਰ ਹੈ, ਜੋ ਨਾਮ ਦੇ ਪਰਮੇਸ਼ਰ ਦੇ ਨਾਮ ਦੇ ਵਿੱਚ, ਹਰੀ ਦੇ ਨਾਮ ਦੇ ਵਿੱਚ ਰਤੇ ਹਨ। ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤਰ ਹੈ, ਸਾਰਾ ਕੁਝ ਉਸ ਦਾ ਪਵਿੱਤਰ ਹੈ। ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਬਰਸਾਤੇ, ਜਿਨ੍ਹਾਂ ਗੁਰਸਿੱਖਾਂ ਨੇ ਸੇਵਕ ਬਣ ਕੇ ਪਰਮੇਸ਼ਰ ਦੇ, ਕਿ ਅਭਿਆਗਤ ਜਾਏ ਬਰਸਾਤੇ, ਜਿਹੜੇ ਅਭਿਆਗਤ ਜੋ ਬਹੁਤ ਨੀਵੀਂ ਸਤ੍ਹਾ ਦੇ ਹੁੰਦੇ ਹਨ, ਬੇਆਸਰੇ ਹੁੰਦੇ ਹਨ, ਉਹਨਾਂ ਦੀ ਸਹਾਇਤਾ ਕਰਦੇ ਹਨ, ਕਿ ਉਹਨਾਂ ਦੀ ਇੱਥੇ ਕਮਾਈ ਹੋਈ ਇਹ ਸੇਵਾ ਕੀਤੀ ਸਫਲੀ ਹੋ ਜਾਂਦੀ ਹੈ। ਅਗਲੇ ਸ਼ਬਦ ਦੇ ਵਿੱਚ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ। ਗੌੜੀ ਮਹੱਲਾ ਪੰਜਵਾ। ਗੁਰ ਕੇ ਚਰਨ ਊਪਰ ਮੇਰੇ ਮਾਥੇ, ਤਾਂ ਤੇ ਦੁੱਖ ਮੇਰੇ ਸਗਲੇ ਲਾਥੇ। ਸਤਿਗੁਰ ਆਪਣੇ ਕੋ ਕੁਰਬਾਨੀ, ਆਤਮ ਚੀਨ ਪਰਮ ਰੰਗ ਮਾਨੀ। ਰਹਾਉ ਚਰਨ ਰੇਨ ਗੁਰ ਕੀ ਮੁਖ ਲਾਗੀ, ਆਹਾਂ ਬੁੱਧ ਤਿਨ ਸਗਲ ਤਿਆਗੀ। ਗੁਰ ਕਾ ਸ਼ਬਦ ਲੱਗੋ ਮਨ ਮੀਠਾ, ਪਾਰ ਬ੍ਰਹਮ ਤਾਂ ਤੇ ਮੋਹ ਡੀਠਾ। ਗੁਰ ਸੁਖ ਦਾਤਾ ਗੁਰ ਕਰਤਾਰ, ਜੀ ਪ੍ਰਾਣ ਨਾਨਕ ਗੁਰ ਆਧਾਰ। ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮੁਖਾਰਬਿੰਦ ਤੋਂ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ
ਕੀ ਸਮਝਾਉਂਦੇ ਹਨ ਮਹਾਰਾਜ ਜੀ? ਕਹਿਣ ਲੱਗੇ ਗੁਰ ਕੇ ਚਰਨ ਉੱਪਰ ਮੇਰੇ ਮਾਥੇ, ਕਿ ਸਤਿਗੁਰੂ ਜੀ ਦੇ ਪਾਵਨ ਚਰਨ ਮੇਰੇ ਮੱਥੇ ਉੱਪਰ ਟਿਕੇ ਹੋਏ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਗੁਰ ਕੇ ਚਰਨ ਉੱਪਰ ਮੇਰੇ ਮਾਥੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਸਤਿਗੁਰੂ ਦੇ ਪਾਵਨ ਚਰਨ ਮੇਰੇ ਮੱਥੇ ਉੱਤੇ ਟਿਕੇ ਹੋਏ ਹਨ। ਕਿ ਭਾਵ ਅੰਤਰੀ ਵਿਭਾਵ ਹੈ ਇਸ ਦਾ ਕਿ ਮੇਰੇ ਮਾਥੇ, ਮੇਰੇ ਅੰਤਹਿਕਰਨ, ਮੇਰੇ ਹਿਰਦੇ ਦੇ ਅੰਦਰ ਸਤਿਗੁਰੂ ਸਾਹਿਬ ਜੀ ਦੇ ਚਰਨ ਭਾਵ ਉਸ ਦਾ ਨਾਮ ਹਰ ਵਕਤ ਮੇਰੇ ਅੰਦਰ ਟਿਕਿਆ ਹੋਇਆ ਹੈ। ਤਿਸ ਨਾਲ ਮੇਰੇ ਜੰਮਣ ਮਰਨ ਦੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ, ਤਾਂ ਤੇ ਤਿਸ ਨਾਲ ਮੇਰੇ ਜੰਮਣ ਮਰਨ ਦੇ ਸਗਲੇ ਸਾਰੇ ਦੁੱਖ ਲੈ ਗਏ ਹਨ, ਨਿਵਰਤ ਹੋ ਗਏ ਹਨ। ਗੁਰ ਕੇ ਚਰਨ ਉੱਪਰ ਮੇਰੇ ਮਾਥੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਸਤਿਗੁਰਾਂ ਦੇ ਪਾਵਨ ਚਰਨ ਮੇਰੇ ਮੱਥੇ ਉੱਤੇ ਟਿਕੇ ਹੋਏ ਹਨ। ਭਾਵ ਕੀ ਕਿ ਮੇਰੇ ਹਿਰਦੇ ਰੂਪੀ ਮੱਥੇ ਦੇ ਅੰਦਰ ਸਤਿਗੁਰੂ ਸਾਹਿਬ ਜੀ ਦੇ ਚਰਨ ਭਾਵ ਨਾਮ ਹਰ ਵਕਤ ਟਿਕਿਆ ਹੋਇਆ ਹੈ। ਇਸੇ ਕਰਕੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ, ਕਿ ਇਸ ਨਾਲ ਮੇਰੇ ਜੰਮਣ ਮਰਨ ਦੇ ਸਾਰੇ ਦੁੱਖ ਲੈ ਗਏ ਹਨ, ਨਿਵਰਤ ਹੋ ਗਏ ਹਨ। ਮਹਾਰਾਜ ਜੀ ਕਹਿਣ ਲੱਗੇ ਸਤਿਗੁਰ ਆਪਣੇ ਕੋ ਕੁਰਬਾਨੀ, ਕਿ ਜਦੋਂ ਮੇਰੇ ਜਨਮ ਮਰਨ ਦੇ ਦੁੱਖ ਨਿਵਰਤ ਹੋ ਗਏ, ਮੈਂ ਆਪਣੇ ਸਤਿਗੁਰਾਂ ਤੋਂ ਕੁਰਬਾਨ ਬਲਿਹਾਰ ਜਾਂਦਾ ਹਾਂ। ਆਤਮ ਚੀਨ ਪਰਮ ਰੰਗ ਮਾਨੀ, ਜਿਨ੍ਹਾਂ ਦੀ ਕਿਰਪਾ ਕਰਕੇ ਮੈਂ ਆਪਣੇ ਆਤਮਾ ਸਰੂਪ ਨੂੰ ਜਾਣ ਲਿਆ ਹੈ ਅਤੇ ਵੱਡੇ ਆਨੰਦ ਨੂੰ ਮਾਣਿਆ ਹੈ। ਰਹਾਉ ਚਰਨ ਰੇਨ ਗੁਰ ਕੀ ਮੁਖ ਲਾਗੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੀ ਧੂੜੀ ਜਿਸ ਗੁਰਮੁਖਾਂ ਦੇ ਮਸਤਕ ਤੇ ਲੱਗੀ ਹੈ, ਕਿ ਮੁਖ ਕਿਹਾ ਅੰਤਰੀ ਭਾਵ ਕਿ ਅੰਤ ਸਕਰਨ ਹਿਰਦੇ ਵਿੱਚ ਸਰਦਾ ਰੂਪ ਹੋਈ ਹੈ। ਆਹ ਬੁੱਧ ਤਿਨ ਸਗਲ ਤਿਆਗੀ, ਉਸ ਗੁਰਮੁਖ ਨੇ ਆਹ ਬੁੱਧ ਹੰਕਾਰ ਵਾਲੀ ਸਾਰੀ ਬੁੱਧੀ ਤਿਆਗ ਦਿੱਤੀ ਹੈ, ਛੱਡ ਦਿੱਤੀ ਹੈ। ਕਿ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੀ ਧੂੜੀ ਜਿਸ ਗੁਰਮੁਖਾਂ ਦੇ ਮਸਤਕ ਤੇ ਲੱਗੀ ਹੈ, ਉਸ ਗੁਰਮੁਖ ਨੇ ਹੰਕਾਰ ਵਾਲੀ ਸਾਰੀ ਬੁੱਧੀ ਤਿਆਗ ਦਿੱਤੀ ਹੈ, ਛੱਡ ਦਿੱਤੀ ਹੈ। ਗੁਰ ਕਾ ਸ਼ਬਦ ਲੱਗੋ ਮਨ ਮੀਠਾ। ਸਤਿਗੁਰਾਂ ਦਾ ਸ਼ਬਦ, ਸਤਿਗੁਰਾਂ ਦਾ ਉਪਦੇਸ਼ ਮਹਾਰਾਜ ਜੀ ਕਹਿਣ ਲੱਗੇ ਮੇਰੇ ਮਨ ਵਿੱਚ, ਮੇਰੇ ਚਿੱਤ ਵਿੱਚ ਮਿੱਠਾ ਪਿਆਰਾ ਲੱਗਿਆ ਹੈ। ਪਾਰ ਬ੍ਰਹਮ ਤਾਂ ਤੇ ਮੋਹਿ ਡੀਠਾ, ਤਾਂ ਤੇ ਤਿਸ ਕਰਕੇ ਮੈਨੂੰ ਪਾਰ ਬ੍ਰਹਮ ਪਰਮੇਸ਼ਰ ਸਾਰੇ ਪਰਿਪੂਰਨ ਵਿਆਪਕ ਡੀਠਾ ਹੈ, ਦਿਸਿਆ ਹੈ। ਗੁਰ ਸੁਖ ਦਾਤਾ ਗੁਰ ਕਰਤਾਰ। ਸਤਿਗੁਰੂ ਜੀ ਸਾਰੇ ਸੁੱਖਾਂ ਨੂੰ ਦੇਣ ਵਾਲੇ ਦਾਤੇ ਹਨ। ਗੁਰ ਸੁਖ ਦਾਤਾ, ਕਿ ਸਤਿਗੁਰੂ ਜੀ ਸੁਖ ਦਾਤਾ, ਸੁੱਖਾਂ ਨੂੰ ਦੇਣ ਵਾਲੇ ਦਾਤੇ ਹਨ। ਸਤਿਗੁਰੂ ਜੀ ਗੁਰ ਕਰਤਾਰ, ਕਰਤਾਰ ਅਕਾਲ ਪੁਰਖ ਦਾ ਰੂਪ ਹਨ। ਜੀ ਪ੍ਰਾਣ ਨਾਨਕ ਗੁਰ ਆਧਾਰ। ਮਹਾਰਾਜ ਜੀ ਕਹਿਣ ਲੱਗੇ ਮੇਰੇ ਜੀ, ਮੇਰੇ ਹਿਰਦੇ ਅਤੇ ਪ੍ਰਾਣਾਂ ਦਾ ਆਸਰਾ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਸਾਰੇ ਜੀਵਾਂ ਦੇ ਪ੍ਰਾਣਾਂ ਦਾ, ਸਵਾਸਾਂ ਦਾ ਆਸਰਾ ਵੀ ਗੁਰੂ ਜੀ ਹੀ ਹਨ। ਗੌੜੀ ਮਹੱਲਾ ਪੰਜਵਾ। ਰੇ ਮਨ ਮੇਰੇ ਤੂੰ ਤਾਂ ਕੋ ਕਹੋ ਆਹੇ, ਜਾਂ ਕੈ ਊਣਾ ਕਛਹੂ ਨਾਹੇ। ਹਰਸਾ ਪ੍ਰੀਤਮ ਕਰ ਮਨ ਮੀਤ, ਪ੍ਰਾਨ ਆਧਾਰ ਰਾਖੋ ਸਦ ਚੀਤ ਰਹਾਉ।
ਰੇ ਮਨ ਮੇਰੇ ਤੂੰ ਤਾਂ ਕੋ ਸੇਵ, ਆਦਿ ਪੁਰਖ ਅਪਰੰਪਰ ਦੇਵ। ਤਿਸ ਉਪਰ ਮਾਨ ਕਰ ਤੂੰ ਆਸਾ, ਆਦਿ ਜੁਗਾਦ ਜਾਂ ਕਾ ਪਰਵਾਸਾ। ਜਾਂ ਕੀ ਪ੍ਰੀਤ ਸਦਾ ਸੁਖ ਹੋਏ, ਨਾਨਕ ਗਾਵੈ ਗੁਰ ਮਿਲ ਸੋਏ। ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਜੀ ਕਥਨ ਕਰਦੇ ਹਨ, ਰੇ ਮਨ ਮੇਰੇ ਤੂੰ ਤਾਂ ਕਹੋ ਆਹੇ, ਕਿ ਹੇ ਮੇਰੇ ਪਿਆਰੇ ਮਨਾ, ਤੂੰ ਉਸ ਵਾਹਿਗੁਰੂ ਨੂੰ ਆਹੇ ਹੁੰਦਾ ਚਾਹਿਆ ਕਰ, ਉਸ ਪਰਮੇਸ਼ਰ ਦੀ ਤਾਂਘ ਕਰਿਆ ਕਰ। ਜਿਸ ਵਾਹਿਗੁਰੂ ਦੇ ਘਰ ਕਿਸੇ ਪ੍ਰਕਾਰ ਦੀ ਊਣ ਧਾਈ ਨਹੀਂ ਹੈ, ਜਾਂ ਕੈ ਊਣਾ ਕਛਹੂ ਨਾਹੇ, ਕਿ ਹੇ ਮੇਰੇ ਪਿਆਰੇ ਮਨਾ, ਤੂੰ ਉਸ ਵਾਹਿਗੁਰੂ ਨੂੰ ਆਹੇ ਚਾਹਿਆ ਕਰ, ਉਸ ਪਰਮੇਸ਼ਰ ਦੀ ਚਾਹਨਾ ਕਰਿਆ ਕਰ, ਤਾਂਘ ਕਰਿਆ ਕਰ ਮਿਲਣ ਦੀ, ਕਿ ਜਿਸ ਵਾਹਿਗੁਰੂ ਦੇ ਘਰ ਕਿਸੇ ਪ੍ਰਕਾਰ ਦੀ ਊਣ ਧਾਈ ਨਹੀਂ, ਭਾਵ ਕੋਈ ਕਮੀ ਪੇਛੀ ਨਹੀਂ ਹੈ, ਉਸ ਪਰਮੇਸ਼ਰ ਦੀ ਤਾਂਘ ਕਰਿਆ ਕਰ ਮਿਲਣ ਦੀ, ਉਸ ਨਾਲ ਜੁੜਿਆ ਕਰ। ਹਰਸਾ ਪ੍ਰੀਤਮ ਕਰ ਮਨ ਮੀਤ, ਹੇ ਮੇਰੇ ਮਨਾ, ਉਸ ਹਰੀ ਪਰਮੇਸ਼ਰ ਪਿਆਰੇ ਨੂੰ ਆਪਣਾ ਮਿੱਤਰ ਕਰਕੇ ਜਾਣਨਾ ਕਰ। ਇੱਥੇ ਬੜੇ ਮਿੱਤਰ ਬਣਾਉਂਦਾ ਹੈ। ਜੇ ਇੱਕ ਪਰਮੇਸ਼ਰ ਨੂੰ ਮਿੱਤਰ ਜਾਣਨਾ ਕਰੇ, ਬਣਾਉਣਾ ਕਰੇ, ਪ੍ਰਾਨ ਆਧਾਰ ਰਾਖੋ ਸਦ ਚੀਤ, ਜੋ ਪ੍ਰਾਣਾ ਦਾ ਆਸਰਾ ਰੂਪ ਹੈ, ਤੇਰੇ ਹਰ ਇੱਕ ਸਵਾਸ ਦਾ ਆਸਰਾ ਉਹ ਪਰਮੇਸ਼ਰ ਹੈ, ਕਿ ਉਸ ਨੂੰ ਮਿੱਤਰ ਬਣਾਉਣਾ ਕਰ, ਉਸ ਨੂੰ ਮਿੱਤਰ ਜਾਣਨਾ ਕਰ ਕਿ ਉਹ ਮੇਰਾ ਮਿੱਤਰ ਹੈ। ਉਸੇ ਦਾ ਕਰਕੇ ਮੇਰੇ ਪ੍ਰਾਣ ਹਨ ਜਿਹੜੇ ਇਹ ਚੱਲ ਰਹੇ ਹਨ, ਇਸ ਪ੍ਰਾਣਾ ਦਾ ਆਸਰਾ ਉਹ ਪਰਮੇਸ਼ਰ ਹੀ ਹੈ, ਕਿ ਉਸ ਨੂੰ ਰਾਖੋ ਸਦ ਚੀਤ, ਉਸ ਨੂੰ ਸਦਾ ਚੀਤ ਚਿੱਤ ਵਿੱਚ ਧਾਰਨ ਕਰਕੇ ਰੱਖਣਾ ਕਰ, ਕਿ ਮੇਰੇ ਪ੍ਰਾਣਾ ਦਾ ਆਸਰਾ ਉਹ ਪਰਮੇਸ਼ਰ ਹੀ ਹੈ, ਉਹੀ ਮੇਰਾ ਮਿੱਤਰ ਹੈ ਅਸਲੀ। ਰੇ ਮਨ ਮੇਰੇ ਤੂੰ ਤਾਂ ਕਹੋ ਸੇਵ। ਮਹਾਰਾਜ ਜੀ ਕਹਿਣ ਲੱਗੇ, ਹੇ ਮੇਰੇ ਮਨਾ, ਤੂੰ ਉਸ ਵਾਹਿਗੁਰੂ ਨੂੰ ਸਿਮਰਨਾ ਕਰ, ਸੇਵ ਨਾ ਕਰ। ਆਦ ਪੁਰਖ ਅਪਰੰਪਰ ਦੇਵ, ਜੋ ਸਾਰੇ ਜਗਤ ਦਾ ਆਦ ਮੁੱਢ ਰੂਪ ਹੈ, ਪੁਰਖ ਪੂਰਨ, ਅਪਰੰਪਰ ਪ੍ਰਕਿਰਤੀ ਤੋਂ ਪਰੇ ਹੈ, ਕਿ ਦੇਵ ਪ੍ਰਕਾਸ਼ ਸਰੂਪ ਹੈ, ਕਿ ਉਸ ਵਾਹਿਗੁਰੂ ਨੂੰ ਸਿਮਰਨਾ ਕਰ। ਤਿਸ ਉਪਰ ਮਾਨ ਕਰ ਤੂੰ ਆਸਾ, ਹੇ ਮਨਾ, ਤੂੰ ਉਸ ਵਾਹਿਗੁਰੂ ਉੱਪਰ ਉੱਤੇ ਆਸਾ ਕਰਿਆ ਕਰ, ਰੱਖਿਆ ਕਰ, ਜੋ ਸਾਰੇ ਜਗਤ ਦਾ ਮੁੱਢ ਰੂਪ ਜੁਗਾਦ ਜੁਗਾਂ ਜੁਗਾਂ ਵਿੱਚ, ਭਾਵ ਸਤਿਗੁਰ ਤ੍ਰੇਤਾ ਦੁਆਪਰ ਕਲਯੁਗ ਵਿੱਚ ਵੀ ਹੈ, ਕਿ ਉਸ ਵਾਹਿਗੁਰੂ ਉੱਪਰ ਆਸਾ ਕਰਿਆ ਕਰ, ਆਸਾ ਰੱਖਿਆ ਕਰ ਉਸ ਪਰਮੇਸ਼ਰ ਤੇ, ਜੋ ਪਰਮੇਸ਼ਰ ਆਦ ਜੁਗਾਦ ਜਾਂ ਕਾ ਪਰਭਾਸਾ, ਕਿ ਜੁਗਾਂ ਜੁਗਾਂ ਵਿੱਚ, ਭਾਵ ਸਤਿਯੁਗ ਤ੍ਰੇਤਾ ਦੁਆਪਰ ਕਲਯੁਗ ਵਿੱਚ ਵੀ ਹੈ, ਕਿ ਦੋ ਭਾਵ ਜੀਵ ਤੇ ਈਸ਼ਵਰ ਆਦਿਕਾਂ ਵਿੱਚ ਵੀ, ਅਤੇ ਭਗਤ ਜਨਾਂ ਨੂੰ ਵੀ ਜਿਸ ਦਾ ਪਰਭਾਸਾ ਭਰੋਸਾ ਹੈ, ਉਸ ਪਰਮੇਸ਼ਰ ਦੇ ਉੱਤੇ ਤੂੰ ਵੀ ਭਰੋਸਾ ਰੱਖਿਆ ਕਰ। ਜਾਂ ਕੀ ਪ੍ਰੀਤ ਸਦਾ ਸੁਖ ਹੋਏ, ਨਾਨਕ ਗਾਵੈ ਗੁਰ ਮਿਲ ਸੋਏ। ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਸ ਦੀ ਪ੍ਰੀਤੀ ਕਰਕੇ ਸਦੀਵੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਉਸ ਪਰਮੇਸ਼ਰ ਨੂੰ ਚੇਤੇ ਰੱਖਿਆ ਕਰ, ਕਿ ਨਾਨਕ ਗਾਵੈ ਗੁਰ ਮਿਲ ਸੋਏ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਅਸੀਂ ਤਾਂ ਗੁਰਾਂ ਨਾਲ ਮਿਲ ਕੇ ਉਸ ਅਕਾਲ ਪੁਰਖ ਨੂੰ ਹੀ ਗਾਉਂਦੇ ਹਾਂ,
ਕਿ ਜਿਸ ਦੀ ਪ੍ਰੀਤੀ ਕਰਕੇ ਸਦੀਵੀ ਸੁਖ ਪ੍ਰਾਪਤੀ, ਸਦੀਵੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਕਿ ਅਸੀਂ ਗੁਰਾਂ ਨਾਲ ਮਿਲ ਕਰਕੇ ਉਸ ਅਕਾਲ ਪੁਰਖ ਨੂੰ ਹੀ ਗਾਉਂਦੇ ਹਾਂ। ਕਿ ਮਹਾਰਾਜ ਜੀ ਕਹਿਣ ਲੱਗੇ, ਹੇ ਮਨਾ, ਉਸ ਪਰਮੇਸ਼ਰ ਦੀ ਸਿਫਤ ਸਲਾਹ ਵਡਿਆਈ ਕਰਿਆ ਕਰ, ਉਸ ਵਾਹਿਗੁਰੂ ਉੱਤੇ ਆਸਾ ਰੱਖਿਆ ਕਰ, ਉਸ ਪਰਮੇਸ਼ਰ ਦਾ, ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਤੇ ਉਸ ਹਰੀ ਪਰਮੇਸ਼ਰ ਵਿੱਚ, ਹਰੀ ਪਰਮੇਸ਼ਰ ਪਿਆਰੇ ਨੂੰ ਮਿੱਤਰ ਬਣਾਉਣਾ ਕਰ। ਤੂੰ ਉਸ ਵਾਹਿਗੁਰੂ ਨੂੰ ਚਾਹਿਆ ਕਰ, ਚਾਹਣਾ ਕਰਿਆ ਕਰ, ਤਾਂਗ ਕਰਿਆ ਕਰਕੇ ਉਹ ਪਰਮੇਸ਼ਰ ਮਿਲ ਜਾਏ, ਤਾਂ ਕਿ ਇਸ ਮਨੁੱਖਾ ਦੇਹੀ ਦਾ ਜਿਹੜਾ ਸਮਾਂ ਮਿਲਿਆ ਹੈ ਉਹ ਸਫਲਾ ਹੋ ਜਾਏ। ਮਹਾਰਾਜ ਜੀ ਨੇ ਬੜੀ ਹੀ ਅਪਾਰ ਰਹਿਮਤ ਕਿਰਪਾ ਕੀਤੀ ਹੈ ਕਿ ਗੁਰਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਮਹਾਰਾਜ ਜੀ ਬਖਸ਼ਣਹਾਰ ਹਨ।